सत श्री अकाल जी सारिਆਂ ਨੂੰ स्वागत करदी हां मैं ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਰਾਸ਼ਟਰੀ ਪੁਰਸਕਾਰ 2022 ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 1। ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਰਾਸ਼ਟਰੀ ਪੁਰਸਕਾਰ ਜਿਹੜੇ ਕਿ ਖੇਡਾਂ ਦੇ ਨਾਲ ਰਿਲੇਟਡ 2022 ਦੇ ਵਿੱਚ ਮਿਲੇ ਆ। ਜਿਵੇਂ ਕਿ ਤੁਹਾਨੂੰ ਪਤਾ ਹੈ ਰਾਸ਼ਟਰੀ ਪੁਰਸਕਾਰ 2022 ਦੀ ਘੋਸ਼ਣਾ ਹੋ ਚੁੱਕੀ ਹੈ ਤੇ ਜਿਹੜੇ ਖੇਡ ਵਿਭਾਗ ਦੇ ਵਿੱਚ ਮਿਲੇ ਆ ਖੇਡਾਂ ਦੇ ਵਿੱਚ ਮਿਲੇ ਆ ਉਹਨਾਂ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਬਣ ਸਕਦੇ ਆ ਉਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਸਿਨੇਮਾ ਦੇ ਨਾਲ ਰਿਲੇਟਡ ਕਰਾਂਗੇ ਜਿਹੜੇ 2022 ਦੇ ਵਿੱਚ ਮਿਲੇ ਆ। ਤੇ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਜਿਸ ਤਰ੍ਹਾਂ ਦੇ ਐਮਸੀਕਿਊ ਤੁਹਾਡੇ ਲਈ ਇੰਪੋਰਟੈਂਟ ਨੇ ਜਾਂ ਕਿਸ ਤਰ੍ਹਾਂ ਐਗਜ਼ਾਮ ਦੇ ਵਿੱਚ ਘੁਮਾ ਫਿਰਾ ਕੇ ਆ ਸਕਦੇ ਨੇ ਉਹ ਸਾਰੇ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸਾਰੇ ही इंपॉर्टेंट MCQ ले गए ने जेड़े कि हरेक गवर्नमेंट एग्जाम के पॉइंट ऑफ व्यू तो काफ़ी ही ज़्यादा हैल्पफुल होने वाले ने तुहाडे लई जेकर तुसी किसी भी कंपीटीटिव एग्जाम की तैयारी कर रहे हो ਤਾਂ ज़्यादा टाइम वेस्ट ना करते हुए ਅਸੀਂ ਅੱਜ ਦੀ ਇਹ ਵੀਡੀਓ ਨੂੰ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਰਾਸ਼ਟਰੀ ਖੇਡ ਪੁਰਸਕਾਰ ਕਿਸ ਦੁਆਰਾ ਦਿੱਤੇ ਜਾਂਦੇ ਹਨ? ਹਾਂਜੀ ਰਾਸ਼ਟਰੀ ਖੇਡ ਪੁਰਸਕਾਰ किस द्वारा दिते जाते हैं? राष्ट्रपति द्वारा। ऑप्शन नंबर सी इज द राइट आंसर। ते एट प्रेजेंट भारत के राष्ट्रपति कौन ने? द्रौपदी मुर्मू। ये भारत की पहली महिला आदिवासी राष्ट्रपति बनी आ। ठीक है ते किनवें नंबर के राष्ट्रपति है? 15वें नंबर दे आ। ठीक है अगला प्रश्न भारत विच दिते जाण वाले सब तो वड्डे खेड पुरस्कार मेजर ध्यानचंद खेड अवार्ड दा दूसरा नाम की आ जां कह सकते हैं पुराना नाम की आ? हाँ जी भारत दे विच खेडां दे विच एक सब तो वड्डा पुरस्कार आ मेजर ध्यानचंद खेड रत्न अवार्ड ते इसदा पहला नाम सी की नाम सी इसदा पहला? राजीव गांधी खेड रत्न पुरस्कार। ऑप्शन नंबर ए इज द राइट आंसर है राजीव गांधी खेल रत्न अवार्ड। अगला प्रश्न केड़ा मंत्राला राष्ट्रीय खेड पुरस्कार प्रदान करता है? हाँ जी केड़ा मंत्राला जेड़ा राष्ट्रीय खेड पुरस्कार प्रदान करता तां इह करदा है जी युवा मामले अते खेड मंत्राला। ऑप्शन नंबर डी इज द राइट आंसर। ਤੇ ਐਟ ਪ੍ਰੈਜ਼ੈਂਟ ਭਾਰਤ ਦੇ 2022 ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮੰਤਰੀ ਕੌਣ ਨੇ? ਅਨੁਰਾਗ ਠਾਕੁਰ। ਤੇ ਪੰਜਾਬ ਦੇ ਕੌਣ ਨੇ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਅਗਲਾ ਪ੍ਰਸ਼ਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਪੁਰਸਕਾਰ ਕਿਹੜਾ ਹੈ? ਹਾਂਜੀ ਭਾਰਤ ਦੇ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਪੁਰਸਕਾਰ ਆ ਮੇਜਰ ਧਿਆਨ ਚੰਦ ਖੇਡ रत्न पुरस्कार। ऑप्शन नंबर बी इज द राइट आंसर। सॉरी बाय मिस्टेक सी ऑप्शन ऐड हो गया। मेजर ध्यान चंद खेड रत्न पुरस्कार। ठीक है ये भारत दे विच खेडां दे विच सब तो वड्डा पुरस्कार आ ते देश दा सब तो वड्डा नागरिक पुरस्कार किहड़ा वा? भारत रत्न। इस गल दा भी तुसीं ध्यान रखना। अगला प्रश्न साल 2022 ਲਈ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਿਸ ਖਿਡਾਰੀ ਨੇ ਜਿੱਤਿਆ? ਇਹ ਜਿੱਤਿਆ ਹੈ ਜੀ ਸ਼ਰਤ ਕਮਲ ਅਚੰਤਾ ਨੇ। ਸਾਲ 2022 ਦਾ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਜਿੱਤਿਆ ਹੈ ਸ਼ਰਤ ਕਮਲ ਅਚੰਤਾ ਨੇ। ਇਹਨਾਂ ਦਾ ਸੰਬੰਧ ਕਿਸ ਦੇ ਨਾਲ ਹੈ? ਟੈਨਿਸ ਦੇ ਨਾਲ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਸ਼ਰਤ ਕਮਲ ਅਚੰਤਾ ਇੱਕ ਭਾਰਤੀ ਟੇਬਲ ਟੈਨਿਸ खिडारी आ ते तमिलनाडु दे रहन वाले आ। इन्हां दा जन्म 22 जुलाई 1982 नूं तमिलनाडु दे चेन्नई दे विच होया। अगला प्रश्न मेजर ध्यानचंद खेड रत्न अवार्ड किन्ने सालां दी मियाद विच किसे खिडारी द्वारा खेडां दे खेतर विच शानदार ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ? ਹਾਂਜੀ ਮੇਜਰ ਧਿਆਨਚੰਦ ਖੇਡ ਅਵਾਰਡ ਆ ਜਿਹੜਾ ਇਹ 4 ਸਾਲਾਂ ਦੀ ਮਿਆਦ ਦੇ ਵਿੱਚ ਕਿਸੇ ਖਿਡਾਰੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਦਿੱਤਾ ਜਾਂਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ 2022 ਵਿੱਚ ਕਿੰਨੇ ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? ਹਾਂਜੀ 2022 ਦੇ ਵਿੱਚ 25 ਖਿਡਾਰੀ ਆ ਜਿਨ੍ਹਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਰਜੁਨ ਪੁਰਸਕਾਰ ਭਾਰਤ ਸਰਕਾਰ ਦੁਆਰਾ ਖੇਡ ਦੇ ਖੇਤਰ ਵਿੱਚ ਦਿੱਤਾ ਜਾਂਦਾ ਤੇ ਇਸ ਪੁਰਸਕਾਰ ਦੀ ਸ਼ੁਰੂਆਤ 1961 ਤੋਂ ਹੋਈ ਸੀ। अगला प्रश्न किस यूनीवर्सिटी नूं मौलाना अबुल कलाम आजाद ट्रॉफी 2022 दिती गई? हाँ जी इसनूं माका भी बोल दिंदे आ मौलाना
ਅਬੁਲ ਕਲਾਮ ਆਜ਼ਾਦ ਟਰਾਫੀ 2022 ਕਿਹੜੀ ਯੂਨੀਵਰਸਿਟੀ ਨੂੰ ਦਿੱਤੀ ਗਈ ਆ? ਤਾਂ ਇਹ ਦਿੱਤੀ ਗਈ ਆ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਇਹ ਸਾਡੇ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਸੀ। ਤੇ ਖੇਡ ਮੰਤਰਾਲੇ ਦੁਆਰਾ ਹਰ ਸਾਲ ਇਹ ਅਵਾਰਡ ਦਿੱਤਾ ਜਾਂਦਾ ਹੈ। ਕਿਹੜੇ ਮੰਤਰਾਲੇ ਦੁਆਰਾ? ਖੇਡ ਮੰਤਰਾਲੇ ਦੁਆਰਾ। ਇਸ ਤੋਂ ਇਲਾਵਾ ਆਲ ਇੰਡੀਆ ਯੂਨੀਵਰਸਿਟੀ ਗੇਮਸ ਦੇ ਵਿੱਚ ਸਰਵਉੱਚ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਇਹ ਪੁਰਸਕਾਰ ਪਹਿਲੀ ਵਾਰ 1957 ਤੋਂ 1958 ਦੇ ਵਿੱਚ ਦਿੱਤਾ ਗਿਆ ਸੀ। 1957-58 ਦੇ ਵਿੱਚ ਦਿੱਤਾ ਗਿਆ ਸੀ। ਠੀਕ ਹੈ। ਅਗਲਾ ਪ੍ਰਸ਼ਨ 2022 ਵਿੱਚ ਕਿੰਨੇ ਖਿਡਾਰੀਆਂ ਨੂੰ ਲਾਈਫ ਟਾਈਮ ਅਚੀਵਮੈਂਟ ਲਈ ਧਿਆਨ ਚੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ? ਹਾਂਜੀ 2022 ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਦੇ ਲਈ ਧਿਆਨ ਚੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 4 ਖਿਡਾਰੀਆਂ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਿਹੜੇ ਕਿਹੜੇ ਆ ਖਿਡਾਰੀ? ਪਹਿਲੇ ਖਿਡਾਰੀ ਆ ਅਸ਼ਵਿਨੀ ਅਕੁੰਜੀ ਸੀ, ਇਹਨਾਂ ਦਾ ਸੰਬੰਧ ਐਥਲੈਟਿਕਸ ਨਾਲ ਆ। ਦੂਸਰੇ ਖਿਡਾਰੀ ਆ ਪਰਮਵੀਰ ਸਿੰਘ, ਇਹਨਾਂ ਦਾ ਸੰਬੰਧ ਹਾਕੀ ਦੇ ਨਾਲ ਆ। ਤੀਸਰੇ ਖਿਡਾਰੀ ਆ BC ਸੁਰੇਸ਼, ਇਹਨਾਂ ਦਾ ਸੰਬੰਧ ਕਬੱਡੀ ਨਾਲ ਆ। ਚੌਥੇ ਖਿਡਾਰੀ ਆ ਨੀਰ ਬਹਾਦਰ ਗੁਰੰਗ, ਇਹਨਾਂ ਦਾ ਸੰਬੰਧ ਪੈਰਾ ਐਥਲੈਟਿਕਸ ਨਾਲ ਆ। ਅਗਲਾ ਪ੍ਰਸ਼ਨ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਕੋਚਾਂ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ? ਹਾਂਜੀ ਜਿਹੜੇ ਖੇਡਾਂ ਦੇ ਖੇਤਰ ਦੇ ਵਿੱਚ ਸ਼ਾਨਦਾਰ ਕੋਚ ਹੁੰਦੇ ਆ ਉਹਨਾਂ ਨੂੰ ਪੁਰਸਕਾਰ ਦਿੱਤਾ ਜਾਂਦਾ ਦਰੋਣਾਚਾਰੀਆ ਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਦਰੋਣਾਚਾਰੀਆ ਪੁਰਸਕਾਰ ਆ ਜਿਹੜੇ 2 ਤਰ੍ਹਾਂ ਦੇ ਹੁੰਦੇ ਆ। ਇੱਕ ਪੁਰਸਕਾਰ ਹੁੰਦਾ ਵਾ ਜਿਹੜਾ ਕਿ ਲਾਈਫ ਟਾਈਮ ਦੇ ਲਈ ਦਿੱਤਾ ਜਾਂਦਾ ਵਾ, ਲਾਈਫ ਟਾਈਮ ਬੋਲ ਦਿੰਦੇ ਆ ਨੂੰ, ਲਾਈਫ ਟਾਈਮ ਕੈਟੇਗਰੀ। ਚਲੋ ਅੱਗੇ ਡਿਸਕਸ ਕਰਦੇ ਆ, ਜਿਵੇਂ ਅਸੀਂ ਬੋਰਿੰਗ ਨਹੀਂ ਬਣਾਉਣੀ ਵੀਡੀਓ। 2022 ਵਿੱਚ ਕਿੰਨੇ ਕੋਚਾਂ ਨੂੰ ਜਨਰਲ ਸ਼੍ਰੇਣੀ ਦੇ ਵਿੱਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? ਹਾਂਜੀ 2022 ਦੇ ਵਿੱਚ ਟੋਟਲ 4 ਕੋਚਾਂ ਨੂੰ ਜਨਰਲ ਸ਼੍ਰੇਣੀ ਦੇ ਵਿੱਚ ਦਰੋਣਾਚਾਰੀਆ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਇੱਕ ਜਨਰਲ ਸ਼੍ਰੇਣੀ ਦੇ ਵਿੱਚ ਦਿੱਤਾ ਜਾਂਦਾ, ਯਾਨੀ ਕਿ ਇੱਕ ਜਨਰਲ ਕੈਟੇਗਰੀ ਦੇ ਵਿੱਚ ਦਿੱਤਾ ਜਾਂਦਾ ਤੇ ਇੱਕ ਲਾਈਫ ਟਾਈਮ ਕੈਟੇਗਰੀ ਦੇ ਵਿੱਚ ਦਿੱਤਾ ਜਾਂਦਾ। ਇਹ 2 ਤਰ੍ਹਾਂ ਦੇ ਹੁੰਦੇ ਆ। ਠੀਕ ਹੈ। ਹੁਣ ਅਸੀਂ ਗੱਲ ਕੀਤੀ ਇੱਥੇ ਫਿਰ ਤੋਂ 4 ਖਿਡਾਰੀ ਕਿ 2022 ਵਿੱਚ 4 ਕੋਚਾਂ ਨੂੰ ਜਨਰਲ ਸ਼੍ਰੇਣੀ ਦੇ ਵਿੱਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਤਾਂ ਉਹ 4 ਕੋਚ ਕਿਹੜੇ ਆ? ਜੀਵਨ ਜੋਤ ਸਿੰਘ ਤੇਜਾ, ਇਹਨਾਂ ਦਾ ਸੰਬੰਧ ਤੀਰ ਅੰਦਾਜ਼ੀ ਦੇ ਨਾਲ ਆ। ਦੂਸਰੇ ਕੋਚ ਆ ਮੁਹੰਮਦ ਅਲੀ ਕਮਰ, ਇਹਨਾਂ ਦਾ ਸੰਬੰਧ ਬਾਕਸਿੰਗ ਦੇ ਨਾਲ ਆ। ਤੀਜੇ ਕੋਚ ਆ ਸੁਮਾ ਸਿੰਦਾਰਥ ਸਿਰੂਰ, ਇਹਨਾਂ ਦਾ ਸੰਬੰਧ ਪੈਰਾ ਸ਼ੂਟਿੰਗ ਦੇ ਵਿੱਚ ਆ। ਤੇ ਅੱਗੇ ਚੌਥੇ ਕੋਚ ਆ ਸੁਜੀਤ ਮਾਨ, ਇਹਨਾਂ ਦਾ ਸੰਬੰਧ ਕੁਸ਼ਤੀ ਦੇ ਨਾਲ ਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ 2022 ਵਿੱਚ ਕਿੰਨੇ ਕੋਚਾਂ ਨੂੰ ਲਾਈਫ ਟਾਈਮ ਸ਼੍ਰੇਣੀ ਦੇ ਵਿੱਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦਰੋਣਾਚਾਰੀਆ ਪੁਰਸਕਾਰ 2 ਕੈਟੇਗਰੀਜ਼ ਦੇ ਵਿੱਚ ਦਿੱਤੇ ਜਾਂਦੇ ਆ। ਪਹਿਲਾ ਜਨਰਲ ਕੈਟੇਗਰੀ ਤੇ ਦੂਜਾ ਲਾਈਫ ਟਾਈਮ ਸ਼੍ਰੇਣੀ, ਯਾਨੀ ਕਿ ਲਾਈਫ ਟਾਈਮ ਕੈਟੇਗਰੀ ਦੇ ਵਿੱਚ ਦਿੱਤਾ ਜਾਂਦਾ। ਤੇ ਹੁਣ 2022 ਦਾ ਜਿਹੜਾ ਜਨਰਲ ਕੈਟੇਗਰੀ ਦਾ ਸੀ ਉਹ ਤਾਂ 4 ਕੋਚਾਂ ਨੂੰ ਮਿਲਿਆ ਵਾ, ਤੇ ਜਿਹੜਾ ਲਾਈਫ ਟਾਈਮ ਸ਼੍ਰੇਣੀ ਦਰੋਣਾਚਾਰੀਆ ਪੁਰਸਕਾਰ ਆ ਇਹ ਕਿੰਨੇ ਕੋਚਾਂ ਨੂੰ ਮਿਲਿਆ ਵਾ? 3 ਨੂੰ ਮਿਲਿਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। 2022 ਦੇ ਵਿੱਚ 3 ਕੋਚਾਂ ਨੂੰ ਲਾਈਫ ਟਾਈਮ ਸ਼੍ਰੇਣੀ ਦੇ ਵਿੱਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਿੰਨਿਆਂ ਨੂੰ ਕੀਤਾ ਗਿਆ? 3 ਨੂੰ ਕੀਤਾ ਗਿਆ। ਕਿਹੜੇ ਆ? ਦਿਨੇਸ਼ ਜਵਾਹਰ ਲਾਡੂ, ਇਹਨਾਂ ਦਾ ਸੰਬੰਧ ਕ੍ਰਿਕਟ ਦੇ ਨਾਲ ਆ। ਬਿਮਲ ਪ੍ਰਫੁੱਲ ਘੋਸ਼, ਇਹਨਾਂ ਦਾ ਸੰਬੰਧ ਫੁੱਟਬਾਲ ਦੇ ਨਾਲ ਆ। ਤੇ ਅੱਗੇ ਰਾਜ ਸਿੰਘ, ਇਹਨਾਂ ਦਾ ਸੰਬੰਧ ਕੁਸ਼ਤੀ ਦੇ ਨਾਲ ਆ। ਅਗਲਾ ਪ੍ਰਸ਼ਨ ਕਿਸ ਖਿਡਾਰੀ ਨੇ ਸਾਲ 2022 ਲਈ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਜਿੱਤਿਆ? ਕਿ ਹਾਂਜੀ ਤੇ ਕਿਹੜੇ ਖਿਡਾਰੀ ਨੇ 2022 ਲਈ ਮੇਜਰ ਧਿਆਨ ਚੰਦ ਖੇਡ ਪੁਰਸਕਾਰ ਜਿੱਤਿਆ? ਦੇਖੋ ਇਹ ਮੈਂ ਤੁਹਾਨੂੰ ਵੈਸੇ ਤਾਂ ਕਰਵਾ ਚੁੱਕੀ ਆ, ਪਰ ਮੈਂ ਐਜ਼ ਅ ਟੈਸਟ ਇਸ ਦੇ ਵਿੱਚ ਐਡ ਕੀਤਾ, ਤੇ ਇਹਦਾ ਹੁਣ ਤੁਸੀਂ ਟੈਸਟ ਮੰਨਦੇ ਹੋਏ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਸਾਡੀ ਵੀਡੀਓ ਦਾ ਇਹ ਤੀਜਾ ਪ੍ਰਸ਼ਨ ਆ। ਠੀਕ ਹੈ। ਤੀਜੇ ਪ੍ਰਸ਼ਨ 'ਚ ਮੈਂ ਤੁਹਾਨੂੰ ਕਰਵਾ ਚੁੱਕੀ ਆ ਇਹ, ਤੇ ਐਜ਼ ਅ ਟੈਸਟ ਐਡ ਕੀਤਾ ਸੀ ਮੈਂ ਤੁਹਾਡੇ ਲਈ 2-3 MCQ ਕੀਤੇ ਆ ਮੈਂ ਐਜ਼ ਅ ਟੈਸਟ, ਜਿਨ੍ਹਾਂ ਦੇ ਆਨਸਰ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਕਹਾਂਗੀ ਲਿਖਣ ਲਈ, ਕਿਉਂਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ। ਇਸੇ ਲਈ ਐਜ਼ ਅ ਟੈਸਟ ਐਡ ਕੀਤੇ ਆ। ਅਗਲਾ ਪ੍ਰਸ਼ਨ ਆ 2021 ਵਿੱਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਵਾਂ ਨਾਮ ਕੀ ਹੈ?
हाँ जी 2021 ਦੇ ਵਿੱਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨੂੰ ਨਵਾਂ ਨਾਮ ਦਿੱਤਾ ਗਿਆ ਸੀ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹੁਣ ਤੁਸੀਂ ਯਾਦ ਰੱਖਣਾ ਕਿ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦਾ ਨਾਮ ਕਦੋਂ ਬਦਲਿਆ ਗਿਆ ਸੀ 2021 ਦੇ ਵਿੱਚ। ਅਗਲਾ ਪ੍ਰਸ਼ਨ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਦੋਂ ਸ਼ੁਰੂ ਹੋਇਆ ਸੀ? ਹਾਂਜੀ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ 1991-92 ਦੇ ਵਿੱਚ ਸ਼ੁਰੂ ਹੋਇਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਪਹਿਲਾ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਕਿਸ ਨੂੰ ਮਿਲਿਆ? ਹਾਂਜੀ ਪਹਿਲਾ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਕਿਸ ਨੂੰ ਮਿਲਿਆ? ਵਿਸ਼ਵਨਾਥ ਆਨੰਦ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਸ਼ਤਰੰਜ ਦੇ ਖਿਡਾਰੀ ਆ। ਅਗਲਾ ਪ੍ਰਸ਼ਨ ਆ ਜੀ ਵਿਸ਼ਵਨਾਥ ਆਨੰਦ ਨੂੰ ਪਹਿਲਾ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਿਸ ਸਾਲ ਮਿਲਿਆ? ਦੇਖੋ ਮੈਂ ਅਲੱਗ-ਅਲੱਗ MCQ ਐਡ ਕੀਤੇ, ਇਹ ਨਾ ਸਮਝ ਲੈਣਾ ਕਿ ਸੇਮ ਹੀ ਆ, ਅਲੱਗ-ਅਲੱਗ ਤਰ੍ਹਾਂ ਬਣਾ ਕੇ ਕੀਤੇ ਜਿਸ ਤਰ੍ਹਾਂ ਐਗਜ਼ਾਮ 'ਚ ਆ ਸਕਦੇ ਆ, ਠੀਕ ਹੈ, ਇੰਪੋਰਟੈਂਟ ਵੀ ਆ। ਵਿਸ਼ਵਨਾਥ ਆਨੰਦ ਨੂੰ ਪਹਿਲਾ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਿਸ ਸਾਲ ਮਿਲਿਆ? 1991-92 ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹੁਣ ਇੱਥੇ ਮੇਜਰ ਧਿਆਨ ਚੰਦ ਦੀ ਜਗ੍ਹਾ ਰਾਜੀਵ ਗਾਂਧੀ ਵੀ ਲਿਖ ਸਕਦੇ ਆ, ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ, ਠੀਕ ਹੈ, ਧਿਆਨ ਰੱਖਣਾ। ਅਗਲਾ ਪ੍ਰਸ਼ਨ ਵਿਸ਼ਵਨਾਥ ਆਨੰਦ ਕਿਸ ਖੇਡ ਨਾਲ ਸੰਬੰਧਿਤ ਆ? ਮੈਂ ਆਲਰੇਡੀ ਦੱਸ ਚੁੱਕੀ ਹਾਂ, ਸ਼ਤਰੰਜ ਦੇ ਪਲੇਅਰ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ ਅਰਜੁਨ ਅਵਾਰਡ ਕਦੋਂ ਸ਼ੁਰੂ ਹੋਇਆ ਸੀ? ਅਰਜੁਨ ਅਵਾਰਡ ਕਦੋਂ ਸ਼ੁਰੂ ਹੋਇਆ ਸੀ? 1961 ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਧਿਆਨ ਚੰਦ ਪੁਰਸਕਾਰ ਕਦੋਂ ਸ਼ੁਰੂ ਹੋਇਆ? ਹਾਂਜੀ ਧਿਆਨ ਚੰਦ ਪੁਰਸਕਾਰ ਕਦੋਂ ਸ਼ੁਰੂ ਹੋਇਆ? 2002 ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦੀ ਨਵੀਂ ਜੇਤੂ ਰਕਮ ਕਿੰਨੀ ਆ? ਹਾਂਜੀ ਜਿਹੜੇ ਵੀ ਖਿਡਾਰੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦਿੱਤਾ ਜਾਂਦਾ ਉਸਦੇ ਵਿੱਚ ਕਿੰਨੀ ਰਕਮ ਦਿੱਤੀ ਜਾਂਦੀ ਆ? ਤਾਂ ਇਹ ਰਕਮ ਦਿੱਤੀ ਜਾਂਦੀ ਹੈ ਜੀ 25 ਲੱਖ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਅਰਜੁਨ ਅਵਾਰਡ ਦੀ ਨਵੀਂ ਜੇਤੂ ਰਕਮ ਕੀ ਹੈ? ਹਾਂਜੀ ਅਰਜੁਨ ਅਵਾਰਡ ਦੀ ਨਵੀਂ ਜੇਤੂ ਰਕਮ 15 ਲੱਖ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਦਰੋਣਾਚਾਰੀਆ ਲਾਈਫ ਟਾਈਮ ਸ਼੍ਰੇਣੀ ਦੇ ਵਿੱਚ ਜਿਹੜਾ ਅਵਾਰਡ ਦਿੱਤਾ ਜਾਂਦਾ ਉਸ ਦੀ ਜੇਤੂ ਨਵੀਂ ਰਕਮ ਕਿੰਨੀ ਆ? ਤਾਂ ਉਸ ਦੀ ਰਕਮ ਆ ਜੀ 15 ਲੱਖ। ਆਪਸ਼ਨ ਨੰਬਰ ਡੀ ਇਜ਼ ਦਾ ਬੀ ਇਜ਼ ਦਾ ਰਾਈਟ ਆਨਸਰ, ਇੱਥੇ ਬੀ ਆਣਾ। ਅਗਲਾ ਪ੍ਰਸ਼ਨ ਮੇਜਰ ਧਿਆਨ ਚੰਦ ਅਵਾਰਡ ਦੀ ਨਵੀਂ ਜੇਤੂ ਰਕਮ ਕੀ ਆ? ਹਾਂਜੀ ਮੇਜਰ ਧਿਆਨ ਚੰਦ ਅਵਾਰਡ ਦੀ ਨਵੀਂ ਜੇਤੂ ਰਕਮ ਕੀ ਆ? ਇਹ ਹੈਗੀ ਆ ਜੀ 10 ਲੱਖ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਮੇਜਰ ਧਿਆਨ ਚੰਦ ਸਿੰਘ ਜੀ ਦਾ ਜਨਮ ਦਿਨ 2022 ਵਿੱਚ ਕਦੋਂ ਕਿੰਨਵਾਂ ਮਨਾਇਆ ਗਿਆ ਸੀ? ਠੀਕ ਹੈ ਕਿੰਨਵਾਂ ਜਨਮ ਦਿਨ ਮਨਾਇਆ ਗਿਆ ਸੀਗਾ ਮੇਜਰ ਧਿਆਨ ਚੰਦ ਜੀ ਦਾ 2022 ਦੇ ਵਿੱਚ? 117ਵਾਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹਨਾਂ ਦਾ ਜਨਮ ਹੋਇਆ ਸੀ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਵਿੱਚ, ਠੀਕ ਹੈ, ਤੇ ਇਸ ਵਾਰ ਇਹਨਾਂ ਦੀ 117ਵੀਂ ਜਯੰਤੀ ਮਨਾਈ ਗਈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਕੀ ਦੇ ਜਾਦੂਗਰ ਵਜੋਂ ਕੌਣ ਮਸ਼ਹੂਰ ਹੈ? ਹਾਂਜੀ ਮੇਜਰ ਧਿਆਨ ਚੰਦ ਨੂੰ ਹੀ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਮੇਜਰ ਧਿਆਨ ਚੰਦ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਿਹਾ ਜਾਂਦਾ ਹੈ। ਸਚਿਨ ਤੇਂਦੁਲਕਰ ਨੂੰ ਮਾਸਟਰ ਬਲਾਸਟਰ ਕਿਹਾ ਜਾਂਦਾ ਹੈ। PT ਊਸ਼ਾ ਨੂੰ ਉੱਡਣ ਪਰੀ ਜਾਂ ਫਿਰ ਪਾਇਓਲੀ ਐਕਸਪ੍ਰੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਮੇਜਰ ਧਿਆਨ ਚੰਦ ਦਾ ਜਨਮ ਹਾਂਜੀ ਮੇਜਰ ਧਿਆਨ ਚੰਦ ਦਾ ਜਨਮ ਦਿਨ ਭਾਰਤ ਵਿੱਚ ਕਿਸ ਰੂਪ ਦੇ ਵਿੱਚ ਮਨਾਇਆ ਜਾਂਦਾ? ਹਾਂਜੀ ਮੇਜਰ ਧਿਆਨ ਚੰਦ ਦਾ ਜਨਮ ਦਿਨ ਭਾਰਤ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਮਨਾਇਆ ਜਾਂਦਾ? ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਦੋਂ ਮਨਾਇਆ ਜਾਂਦਾ? 29 ਅਗਸਤ ਨੂੰ, ਕਿਉਂਕਿ ਇਹਨਾਂ ਦਾ ਜਨਮ ਹੋਇਆ ਸੀ 29 ਅਗਸਤ 1905 ਨੂੰ। ਅਗਲਾ ਪ੍ਰਸ਼ਨ ਆ ਜੀ ਮੇਜਰ ਧਿਆਨ ਚੰਦ ਕਿਸ ਖੇਡ ਨਾਲ ਸੰਬੰਧਿਤ ਹੈ? ਹਾਂਜੀ ਮੇਜਰ ਧਿਆਨ ਚੰਦ ਹਾਕੀ ਦੀ ਖੇਡ ਨਾਲ ਸੰਬੰਧਿਤ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਮੇਜਰ ਧਿਆਨ ਚੰਦ ਦਾ ਜਨਮ ਕਿੱਥੇ ਹੋਇਆ ਸੀ? ਹਾਂਜੀ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਵਿੱਚ ਹੋਇਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੇ ਇਹਨਾਂ ਦੀ ਮੌਤ ਕਦੋਂ ਹੋਈ ਸੀ?
3 ਦਸੰਬਰ 1979 ਨੂੰ ਦਿੱਲੀ ਦੇ ਵਿੱਚ ਹੋਈ ਸੀ। ਅਗਲਾ ਪ੍ਰਸ਼ਨ, ਮੇਜਰ ਧਿਆਨ ਚੰਦ ਨੇ ਭਾਰਤ ਲਈ ਓਲੰਪਿਕ ਖੇਡਾਂ ਵਿੱਚ ਕਿੰਨੀ ਵਾਰ 골ਡ ਮੈਡਲ ਜਿੱਤਿਆ? ਹਾਂਜੀ, ਮੇਜਰ ਧਿਆਨ ਚੰਦ ਨੇ ਭਾਰਤ ਦੇ ਲਈ ਓਲੰਪਿਕ ਖੇਡਾਂ ਦੇ ਵਿੱਚ 3 ਵਾਰ ਸੋਨੇ ਦਾ ਮੈਡਲ ਜਿੱਤਿਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਪਹਿਲਾ 1928 ਦੇ ਵਿੱਚ ਜਿੱਤਿਆ ਐਮਸਟਰਡਮ ਓਲੰਪਿਕ ਦੇ ਵਿੱਚ, ਦੂਸਰਾ 1932 ਦੇ ਵਿੱਚ ਜਿੱਤਿਆ। ਕਿਹਦੇ ਵਿੱਚ ਜਿੱਤਿਆ ਇਹ? ਐਂਜਲਸ ਓਲੰਪਿਕ ਦੇ ਵਿੱਚ। ਤੇ ਤੀਸਰਾ 1936 ਦੇ ਵਿੱਚ ਜਿੱਤਿਆ ਬਰਲਿਨ ਓਲੰਪਿਕਸ ਦੇ ਵਿੱਚ। ਅਗਲਾ ਪ੍ਰਸ਼ਨ ਆ, ਮੇਜਰ ਧਿਆਨ ਚੰਦ ਨੂੰ ਭਾਰਤ ਦੇ ਬਕਾਰੀ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਕਦੋਂ ਸਨਮਾਨਿਤ ਕੀਤਾ ਗਿਆ? ਹਾਂਜੀ, ਮੇਜਰ ਧਿਆਨ ਚੰਦ ਜੀ ਨੂੰ ਨਾਗਰਿਕ ਸਨਮਾਨ ਆ ਭਾਰਤ ਦਾ ਪਦਮ ਭੂਸ਼ਣ ਤੇ ਇਸ ਨਾਲ ਕਦੋਂ ਸਨਮਾਨਿਤ ਕੀਤਾ ਗਿਆ ਸੀ? 1956 ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਦੂਜਾ ਨਾਮ ਕੀ ਆ ਜਾਂ ਨਵਾਂ ਨਾਮ ਕੀ ਆ? ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ, ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਮੈਂ 2-3 MCQ ਇਸ ਤਰ੍ਹਾਂ ਦੇ ਐਡ ਕੀਤੇ ਆ ਜਿਹੜੇ ਕਿ ਐਜ਼ ਆ ਟੈਸਟ ਦੇ ਤੌਰ ਤੇ ਕੀਤੇ ਆ ਕਿਉਂਕਿ ਉਹ ਬਹੁਤ ਇੰਪੋਰਟੈਂਟ ਆ। ਠੀਕ ਹੈ, ਇਸ ਕਰਕੇ ਇਹ MCQ ਵੀ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਆ ਤੇ ਇਸ ਦਾ ਆਨਸਰ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਅਗਲਾ ਪ੍ਰਸ਼ਨ, ਗੋਲ ਕਿਸ ਖਿਡਾਰੀ ਦੀ ਆਤਮ ਕਥਾ ਹੈ? ਹਾਂਜੀ, ਗੋਲ ਕਿਸ ਖਿਡਾਰੀ ਦੀ ਆਤਮ ਕਥਾ ਹੈ? ਤਾਂ ਇਹ ਹੈਗੀ ਆ ਜੀ, ਕਿਹੜੇ ਖਿਡਾਰੀ ਦੀ ਆ? ਮੇਜਰ ਧਿਆਨ ਚੰਦ ਦੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਧਿਆਨ ਸਿੰਘ ਚੰਦ ਹਾਕੀ ਦੇ ਜਾਦੂਗਰ ਪੁਸਤਕ ਦਾ ਲੇਖਕ ਕੌਣ ਹੈ? ਹਾਂਜੀ, ਧਿਆਨ ਸਿੰਘ ਚੰਦ ਹਾਕੀ ਦੇ ਜਾਦੂਗਰ ਪੁਸਤਕ ਦਾ ਲੇਖਕ ਆ ਕੌਣ ਆ? ਦਿਲੀਪ ਡਿਸੂਜਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮੇਜਰ ਧਿਆਨ ਚੰਦ ਦਾ ਜੀਵਨ ਅਤੇ ਸਮਾਂ ਕਿਤਾਬ ਦਾ ਲੇਖਕ ਕੌਣ ਹੈ? ਹਾਂਜੀ, ਮੇਜਰ ਧਿਆਨ ਚੰਦ ਜੀਵਨ ਅਤੇ ਸਮਾਂ ਕਿਤਾਬ ਦੇ ਲੇਖਕ ਆ ਰਚਨਾ ਭੋਲਾ ਯਾਮਿਨੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਕਿਤਾਬ ਦਾ ਲੇਖਕ ਕੌਣ ਆ? ਹਾਂਜੀ, ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਮੈਂ ਪਹਿਲਾਂ ਤੁਹਾਨੂੰ ਕਰਵਾ ਚੁੱਕੀ ਹਾਂ ਤੇ ਇਸ ਦੇ ਲੇਖਕ ਕੌਣ ਆ ਇਹ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਠੀਕ ਹੈ, ਐਜ਼ ਆ ਟੈਸਟ। ਅਗਲਾ ਪ੍ਰਸ਼ਨ ਤੇ ਆਪਸ਼ਨ ਦੇ ਵਿੱਚ ਹੈ। ਠੀਕ ਹੈ, ਅਗਲਾ ਪ੍ਰਸ਼ਨ ਹੈ ਜੀ, ਧਿਆਨ ਚੰਦ ਦੀ ਲੈਜੈਂਡ ਲਿਵਸ ਔਨ ਕਿਤਾਬ ਦਾ ਲੇਖਕ ਕੌਣ ਆ? ਹਾਂਜੀ, ਮੇਜਰ ਧਿਆਨ ਚੰਦ ਤੇ ਜਿੰਨੀਆਂ ਵੀ ਬੁੱਕਸ ਲਿਖੀਆਂ ਗਈਆਂ ਉਹਨਾਂ ਦੇ ਰਾਈਟਰ ਤੇ ਬੁੱਕ ਦਾ ਨਾਮ ਤੁਹਾਨੂੰ ਪਤਾ ਹੋਣਾ ਬਹੁਤ ਇੰਪੋਰਟੈਂਟ ਆ। ਤੇ ਇਹਨਾਂ ਦੀ ਜਿਹੜੀ ਇਹ ਬੁੱਕ ਆ ਧਿਆਨ ਚੰਦ ਦਾ ਲੈਜੈਂਡ ਲਿਵਸ ਔਨ ਕਿਤਾਬ, ਇਸ ਦੇ ਲੇਖਕ ਕੌਣ ਆ? ਇਸ ਦੇ ਲੇਖਕ ਆ ਜੀ ਨਿਕੇਤ ਭੂਸ਼ਣ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹਾਕੀ ਦੀ ਖੇਡ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ? ਹਾਂਜੀ, ਹਾਕੀ ਦੀ ਖੇਡ ਦੇ ਵਿੱਚ 11 ਖਿਡਾਰੀ ਹੁੰਦੇ ਹਨ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।